हम यीशु मसीह के चेले हैं, दुनिया में धूम मचा देंगे। जो नींद में गाफिल सोते हैं, उपदेश से उनको जगा देंगे। हम यीशु मसीह के चेले हैं। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਅੱਜ ਫੇਰ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਬ ਸਰਵਗਿਆ ਪਰਮੇਸ਼ਰ ਹੈ। ਆਪਣੇ ਵਚਨ ਦੇ ਨਾਲ ਸਾਨੂੰ ਰੋਜ਼ਮਰਾ ਦੀ ਸੰਗਤ ਦੇ ਕੇ ਆਪਣੇ ਰਾਜ ਦੀ ਪਵਿੱਤਰਤਾ ਦੇ ਵਿੱਚ ਚਲਾਉਂਦਾ ਹੈ। ਉਸ ਦੇ ਲਈ ਧੰਨਵਾਦ। ਅੱਜ ਦੇ ਇਸ ਸੁੰਦਰ ਵਚਨ ਦੇ ਨਾਲ ਵੀ ਸਾਨੂੰ ਆਪ ਦੇ ਮਗਰ ਚੱਲਣ ਦੀ ਤਾਕਤ ਦੇ, ਜਿਸ ਦੇ ਨਾਲ ਤੇਰੀ ਵਡਿਆਈ ਹੋ ਸਕੇ ਔਰ ਤੇਰਾ ਹੀ ਨਾਮ ਉੱਚਾ ਹੋ ਸਕੇ। ਜਿੰਨੇ ਤੇਰੇ ਵਚਨ ਨੂੰ ਸੁਣ, ਸਭੇ ਬਰਕਤ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਆਤਮਿਕਤਾ ਦੇ ਵਿੱਚ ਜੋੜ ਸਕਣ। ਅਜਿਹਾ ਹੋਰ ਤੇ ਨਹੀਂ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ। ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਹੈ ਉਹ ਵੀ ਮੈਂ ਕੱਲ ਦੀ ਤਰ੍ਹਾਂ ਲਿਆ ਹੈ। ਚੇਲਿਆਂ ਦਾ ਯਿਸੂ ਮਸੀਹ ਦੇ 7 ਵਚਨ ਵਿੱਚ ਖਲੋਣਾ। ਚੇਲਿਆਂ ਦਾ ਯਿਸੂ ਮਸੀਹ ਦੇ 7 ਵਚਨ ਵਿੱਚ ਖਲੋਣਾ। ਇਹ ਵਚਨ ਦੀ ਇੱਕ ਗੂੜ ਭੇਤ ਦੀ ਸੱਚਾਈ ਹੈ, ਜਿਸ ਨੂੰ ਬਹੁਤ ਘੱਟ ਲੋਕ ਆਪਣੇ ਜੀਵਨ ਦੇ ਵਿੱਚ ਲੈ ਕੇ ਚੱਲਦੇ ਨੇ। ਜਦੋਂ ਮੈਂ ਬਾਈਬਲ ਦੇ ਇਸ ਖੰਡ ਨੂੰ, ਜਿਸ ਦੇ ਵਿੱਚ ਮੈਂ ਇਸ ਵਚਨ ਦੇ ਭੇਤ ਨੂੰ ਪਾਇਆ, ਤਾਂ ਮੈਂ ਉਹ ਆਪ ਨੂੰ ਵੀ ਵੰਡ ਦੇਣਾ ਚਾਹੁੰਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪਰਮੇਸ਼ਵਰ ਦੀਆਂ ਅਜਿਹੀਆਂ ਸੱਚਾਈਆਂ ਪਰਮੇਸ਼ਵਰ ਨੇ ਵਿਖਾਈਆਂ, ਜਿਹੜੀਆਂ ਕਿ ਅਸੀਂ ਅਗਰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰੀਏ ਤਾਂ ਅਸੀਂ ਉਸ ਸਦੀਪਕ ਜੋਨ, ਜਿਹੜਾ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਮੇਰੇ ਅਤੇ ਆਪ ਦੇ ਲਈ ਦਿੱਤਾ, ਅਸੀਂ ਉਸ ਨੂੰ ਪ੍ਰਾਪਤ ਕਰ ਉਸ ਦੇ ਰਾਜ ਵਿੱਚ ਪਾਏ ਜਾ ਸਕਦੇ ਹਾਂ। ਇਹ ਵਚਨ ਦਾ ਜੋ ਸੱਚਾਈ ਦਾ ਖੰਡ ਹੈ ਜੋ ਮੈਂ ਲਿਆ ਹੈ, ਉਹ ਹੈ ਯਹੋਨਾ ਦੀ ਅੰਜੀਲ 6 ਅਧਿਆਏ, ਉਸ ਦੀ 4 ਤੋਂ ਲੈ ਕੇ 69 ਆਇਤਾਂ ਦੇ ਵਿੱਚ। ਇੱਥੇ ਲਿਖਿਆ ਹੈ, ਇਸ ਉੱਤੇ ਉਸ ਦੇ ਚੇਲਿਆਂ ਵਿੱਚੋਂ ਬਹੁਤ ਸਾਰੇ ਉਲਟੇ ਫਿਰ ਗਏ ਅਤੇ ਉਸ ਤੋਂ ਬਾਅਦ ਉਸ ਦੇ ਨਾਲ ਨਾ ਚੱਲੇ। ਤਦ ਯਿਸੂ ਨੇ ਉਹਨਾਂ 12 ਨੂੰ ਕਿਹਾ ਕਿ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਨੇ ਉਸ ਨੂੰ ਉੱਤਰ ਦਿੱਤਾ ਕਿ ਹੇ ਪ੍ਰਭੂ, ਅਸੀਂ ਕਿਸ ਕੋਲ ਜਾਈਏ? ਸਦੀਪਕ ਜੋਨ ਦੀਆਂ ਗੱਲਾਂ ਤਾਂ ਤੇਰੇ ਕੋਲ ਹੀ ਹਨ ਅਤੇ ਅਸਾਂ ਨੇ ਵਿਸ਼ਵਾਸ ਕੀਤਾ ਅਤੇ ਜਾਣ ਗਏ ਹਾਂ ਕਿ ਪਰਮੇਸ਼ਰ ਦਾ ਪਵਿੱਤਰ ਜਨ ਤੂੰ ਹੀ ਹੈ। ਇਹ ਸੱਚਾਈ ਬੜੀ ਗੂੜ ਹੈ। ਇਹ ਸੱਚਾਈ ਉਹ ਸੱਚਾਈ ਹੈ ਜਿਹੜੀ ਪਵਿੱਤਰ ਵਚਨ ਦੇ ਨਾਲ ਮੇਰੇ ਜੀਵਨ ਦੇ ਵਿੱਚ ਮੈਨੂੰ ਉਸ ਦੇ ਨੇੜੇ ਲੈ ਕੇ ਜਾਂਦੀ ਹੈ। ਮੈਂ ਇਸ ਵਚਨ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ, ਕਿਉਂਕਿ ਇਸ ਵਚਨ ਦੇ ਵਿੱਚ ਹੀ ਪਰਮੇਸ਼ਰ ਦੇ ਵਚਨ ਦੇ ਨਾਲ ਖਲੋਤੇ ਰਹਿਣ ਦੀ ਇੱਕ ਸ਼ਕਤੀ ਸਾਨੂੰ ਪ੍ਰਾਪਤ ਹੁੰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਦੇ ਇਹ ਆਖਣ ਬਹੁਤਿਆਂ ਦੇ ਲਈ, ਜਿਹੜੇ ਉਸ ਦੇ ਪਿੱਛੇ ਚੱਲਦੇ ਸਨ, ਇੰਨੇ ਨਾਪਸੰਦ ਹੋਏ ਹਨ ਕਿ ਉਹਨਾਂ ਉਸ ਨੂੰ ਛੱਡ ਦਿੱਤਾ ਅਤੇ ਹੁਣ ਉਸ ਨਾਲ ਸੰਗਤੀ ਕਰਨ ਦੇ ਇੱਛੁਕ ਨਹੀਂ ਸਨ। ਅੱਜ ਦੇ ਇਸ ਸੰਸਾਰ ਦੇ ਵਿੱਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੀ ਸੱਚਾਈ
ਉਹਨਾਂ ਨੂੰ ਦੱਸਦੇ ਹਾਂ ਤਾਂ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਸੁਣਨਾ ਹੀ ਨਾ ਪਸੰਦ ਕਰਦੇ। ਇਸ ਦਾ ਕਾਰਨ ਮੈਂ ਆਪ ਨੂੰ ਪੜ੍ਹ ਕੇ ਦੱਸ ਦੇਣਾ ਚਾਹੁੰਦਾ ਹਾਂ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ 53 ਆਇਤ ਦੇ ਵਿੱਚ ਕਿ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਦ ਤੱਕ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਸ ਦਾ ਲਹੂ ਨਾ ਪੀਓ, ਤੁਹਾਡੇ ਵਿੱਚ ਜੀਵਨ ਨਹੀਂ ਹੈ। ਮਾਸ ਅਤੇ ਲਹੂ ਦਾ ਇੱਕ ਖਾਸ ਮਹੱਤਵ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ। ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਸਰੀਰ ਦੇ ਵਿੱਚ ਭੁੱਖ ਅਤੇ ਪਿਆਸ ਨੂੰ ਮਿਟਾਉਣ ਦੇ ਲਈ ਸਾਨੂੰ ਭੋਜਨ ਦੀ ਜ਼ਰੂਰਤ ਹੈ ਅਤੇ ਉਹ ਭੋਜਨ ਮੇਰੇ ਲਈ ਸਵੈਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਬਣਿਆ ਹੈ, ਜਿਸ ਦੇ ਵਿੱਚ ਸਦੀਪਕ ਜੀਵਨ ਹੈ ਸੀ। ਔਰ ਉਸ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਬੜੇ ਸਾਫ਼ ਸੁੰਦਰ ਤਰੀਕਿਆਂ ਦੇ ਨਾਲ ਪਹਿਲਾ ਪਤਰਸ ਜਦੋਂ ਅਸੀਂ ਮਤੀ ਦੀ ਅੰਜੀਲ ਉਸ ਦਾ 4 ਅਧਿਆਏ ਉਸ ਦੀ 4 ਆਇਤ ਦੇ ਵਿੱਚੋਂ ਪੜ੍ਹਦੇ ਹਾਂ, ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਕਹਿ ਨਾ ਪੱਥਰਾਂ ਨੂੰ ਤੂੰ ਰੋਟੀਆਂ ਬਣ ਜਾ। ਤਦ ਪ੍ਰਭੂ ਯਿਸੂ ਮਸੀਹ ਦਾ ਅਲਫਾਜ਼ ਸੀ, ਮਨੁੱਖ ਨਿਰਾ ਰੋਟੀ ਦੇ ਨਾਲ ਨਹੀਂ, ਪਰਮੇਸ਼ਰ ਦੇ ਹਰ ਇੱਕ ਉਸ ਵਾਕ ਦੇ ਨਾਲ ਜਿਉਂਦਾ ਰਹੇਗਾ ਜਿਹੜਾ ਉਸ ਦੇ ਮੁਖ ਤੋਂ ਨਿਕਲਦਾ ਹੈ। ਇਹਦਾ ਮਤਲਬ ਬਹੁਤ ਗਹਿਰਾ ਅਤੇ ਬਹੁਤ ਹੀ ਡੂੰਘਾ ਹੈ, ਜਿਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਮਝਣਾ ਜ਼ਰੂਰੀ ਹੈ। ਔਰ ਜਦ ਤੱਕ ਅਸੀਂ ਇਸ ਨੂੰ ਸਮਝਾਂਗੇ ਨਹੀਂ, ਸਾਨੂੰ ਸਮਝ ਆਵੇਗਾ ਨਹੀਂ। ਪਰਮੇਸ਼ਰ ਦਾ ਵਚਨ ਜਦੋਂ ਅਸੀਂ ਮਤੀ ਰਚਿਤ ਸੁਸਮਾਚਾਰ ਉਸ ਦਾ 16 ਅਧਿਆਏ ਉਸ ਦੀ 16 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪ੍ਰਭੂ ਯਿਸੂ ਮਸੀਹ ਇਸ ਤਰ੍ਹਾਂ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ। ਉਹ ਕਹਿੰਦਾ ਹੈ ਬੜੇ ਸਾਫ਼ ਤਰੀਕੇ ਦੇ ਨਾਲ ਮੈਨੂੰ ਸਮਝਾਉਣ ਦੇ ਲਈ। ਸ਼ਿਮੋਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਦੇ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ। ਔਰ ਇਸ ਦੇ ਲਈ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਤੁਸੀਂ ਆਤਮਕ ਹੋ, ਸਰੀਰਕ ਨਹੀਂ। ਕਿਉਂਕਿ ਇਹ ਗੱਲ 63 ਆਇਤ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਕਰਦਾ ਹੈ। ਪ੍ਰਭੂ ਆਤਮਾ ਤਾਂ ਜੀਵਨਦਾਇਕ ਹੈ, ਸਰੀਰ ਤੋਂ ਕੁਝ ਲਾਭ ਨਹੀਂ। ਜੋ ਗੱਲਾਂ ਮੈਂ ਤੁਹਾਡੇ ਨਾਲ ਕਹੀਆਂ ਹਨ ਉਹ ਆਤਮਾ ਹਨ ਅਤੇ ਜੀਵਨ ਵੀ। ਅੱਜ ਲੋਕ ਪਰਮੇਸ਼ਵਰ ਦੇ ਵਚਨ ਦੀ ਇਸ ਸੱਚਾਈ ਨੂੰ ਆਪਣੇ ਜੀਵਨ ਵਿੱਚ ਲੈਣਾ ਨਹੀਂ ਚਾਹੁੰਦੇ। ਉਹ ਸੰਸਾਰ ਦੀਆਂ ਗੱਲਾਂ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਨ। ਮੈਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਬਾਈਬਲ ਬਾਣੀ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਪਵਿੱਤਰ ਹੈ, ਔਰ ਜੋ ਪਰਮੇਸ਼ਰ ਪਵਿੱਤਰ ਹੈ ਤਾਂ ਸਾਨੂੰ ਉਸ ਦੇ ਸਨਮੁਖ ਪਵਿੱਤਰਤਾ ਦੇ ਨਾਲ ਆਉਣਾ ਅਤੇ ਖਲੋਣਾ ਚਾਹੀਦਾ ਹੈ। ਕੀ ਤੁਸੀਂ ਕਿਸੇ ਪੁਲਿਸ ਅਫਸਰ ਦੇ ਮੂਹਰੇ ਜਾ ਕੇ ਭੰਗੜਾ ਪਾਓਗੇ? ਕੀ ਤੁਸੀਂ ਕਿਸੇ ਪੁਲਿਸ ਅਫਸਰ ਦੇ ਮੂਹਰੇ ਜਾ ਕੇ ਉਸ ਦੇ ਨਾਲ ਰੋਲਾ ਪਾਓਗੇ? ਕੀ ਤੁਸੀਂ ਕਿਸੇ ਪੁਲਿਸ ਅਫਸਰ ਦੇ ਮੂਹਰੇ ਜਾ ਕੇ ਉਸ ਦੇ ਅੱਗੇ ਸੀਟੀਆਂ ਜਾਂ ਕਿਸੇ ਤਰ੍ਹਾਂ ਦੇ ਤੁਸੀਂ ਉਪਹਾਸ ਦੀਆਂ ਗੱਲਾਂ ਕਰੋਗੇ? ਮੈਂ ਸਮਝਦਾ ਹਾਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹਾਂ, ਕਿਉਂਕਿ ਉਹ ਇੱਕ ਅਫਸਰ ਹੈ। ਉਸ ਦੇ ਸਾਹਮਣੇ ਸਾਨੂੰ ਗੰਭੀਰਤਾ ਦੇ ਨਾਲ ਸੋਚ ਸਮਝ ਕੇ ਅਤੇ ਨੀਟ ਐਂਡ ਕਲੀਨ ਹੋ ਕੇ ਉਸ ਦੇ ਅੱਗੇ ਖਲੋਣਾ ਪਏਗਾ। ਇਹੋ ਪਰਪਸ ਪਰਮੇਸ਼ਰ ਦਾ ਹੈ। ਔਰ ਜਦੋਂ ਅਸੀਂ ਉਸ ਦੇ ਅੱਗੇ ਜਾਣਾ ਹੈ, ਇਸ ਤਰੀਕੇ ਦੇ ਨਾਲ ਸਾਡਾ ਜਾਣਾ ਬਣਦਾ ਹੈ। ਪਰ ਅੱਜ ਇਸ ਤਰ੍ਹਾਂ ਨਹੀਂ ਹੁੰਦਾ। ਬਾਈਬਲ ਬਾਣੀ ਦੱਸਦੀ ਹੈ ਕਿ ਪਰਮੇਸ਼ਰ ਕਹਿੰਦਾ ਹੈ ਮੈਂ ਪਵਿੱਤਰ ਹਾਂ, ਤੁਸੀਂ ਵੀ ਪਵਿੱਤਰ ਬਣੋ। ਇਹ ਗੱਲ ਪਰਮੇਸ਼ਰ ਨੇ ਆਪਣੇ ਚੇਲਿਆਂ ਦੇ ਨਾਲ ਆਖੀ ਹੈ। ਅਸੀਂ ਪਵਿੱਤਰ ਬਣ ਕੇ ਦੱਸ ਸਕਦੇ ਹਾਂ।
ਅਸੀਂ ਪਵਿੱਤਰ ਹੋ ਕਿੱਦਾਂ ਸਕਦੇ ਹਾਂ? ਅਸੀਂ ਪਵਿੱਤਰਤਾ ਦੇ ਨਾਲ ਉਹਦੇ ਨਾਲ ਖਲੋ ਕਿੱਦਾਂ ਸਕਦੇ ਹਾਂ? ਜਦੋਂ ਅਸੀਂ ਉਸ ਦੇ ਕੀਤੇ ਹੋਏ ਪਵਿੱਤਰ ਕੰਮ ਦੇ ਵਿੱਚ, ਪਵਿੱਤਰ ਗੱਲਾਂ ਦੇ ਵਿੱਚ, ਪਵਿੱਤਰ ਅਲਫਾਜ਼ਾਂ ਦੇ ਵਿੱਚ ਬਣੇ ਰਹਿੰਦੇ ਹਾਂ ਅਤੇ ਖਲੋਂਦੇ ਹਾਂ। ਬਾਈਬਲ ਬਾਣੀ ਦੇ ਵਿੱਚ ਖਲੋਣਾ ਪਰਮੇਸ਼ਰ ਦੇ ਸਾਹਮਣੇ ਉਹਦੇ ਰਾਹੀਂ ਜੋ ਪਵਿੱਤਰਤਾ ਦਾ ਕੰਮ ਉਸ ਨੇ ਮੇਰੇ ਲਈ ਇਸ ਧਰਤੀ ਦੇ ਉੱਤੇ ਕਾਲਵਰੀ ਕਰੂਸ ਦੇ ਉੱਤੇ ਕੀਤਾ ਹੈ, ਜਦੋਂ ਮੈਂ ਉਸ ਉੱਤੇ ਨੀਚਾ ਕਰਦਾ ਹਾਂ ਤਾਂ ਮੈਂ ਉਸ ਦੇ ਸਨਮੁਖ ਜਾਣ ਦੇ ਯੋਗ ਬਣਦਾ ਹਾਂ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਜੇ ਤੁਸੀਂ ਮੇਰੇ ਉੱਤੇ ਨੀਚਾ ਕਰਦੇ ਹੋ ਤਾਂ ਤੁਸੀਂ ਪਰਮੇਸ਼ਰ ਦੀ ਸੰਤਾਨ ਬਣਦੇ ਹੋ। ਕੀ ਮੈਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਨੀਚਾ ਕਰਦਾ? ਅੱਜ ਜਿਹੜੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਆ, ਜਿਹੜੇ ਵਚਨ ਦੇ ਇੱਕ ਇੱਕ ਅਲਫਾਜ਼ ਦੇ ਉੱਤੇ ਧਿਆਨ ਦੇ ਕੇ ਉਸ ਦੇ ਉੱਤੇ ਖਲੋਂਦੇ ਆ, ਉਹ ਪਰਮੇਸ਼ਰ ਦੇ ਚੇਲੇ ਹੈ, ਉਹ ਪਰਮੇਸ਼ਰ ਦੀ ਸੰਤਾਨ ਹੈ, ਉਹ ਪਰਮੇਸ਼ਰ ਦੇ ਵਾਰਿਸ ਹੈ, ਜਿਹੜੇ ਇਸ ਵਚਨ ਦੇ ਨਾਲ ਖਲੋਤੇ। ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਇਸ ਤੋਂ ਵਧੀਆ ਉਦਾਹਰਣ ਕੋਈ ਨਹੀਂ ਹੈ ਜਿਹੜਾ ਧਨੀ ਅਤੇ ਲਾਜ਼ਰ ਦੇ ਬਾਰੇ ਬਾਈਬਲ ਦੇ ਵਿੱਚ ਦੱਸਿਆ ਹੋਇਆ ਹੈ। ਧਨੀ ਦੇ ਕੋਲ ਬਾਈਬਲ ਵੀ ਸੀ, ਧਨੀ ਦੇ ਕੋਲ ਬਾਈਬਲ ਦੀਆਂ ਸਿੱਖਿਆਵਾਂ ਵੀ ਸੀ, ਧਨੀ ਨੂੰ ਪਤਾ ਸੀ ਕਿ ਪਰਮੇਸ਼ਰ ਕਿਸ ਤਰ੍ਹਾਂ ਸਾਡੇ ਨਾਲ ਮਿਲ ਸਕਦਾ ਹੈ, ਕਿਸ ਤਰ੍ਹਾਂ ਗੱਲ ਕਰ ਸਕਦਾ ਹੈ। ਉਹ ਸਭ ਕੁਝ ਜਾਣਦੇ ਹੋਏ ਵੀ ਉਸ ਪਰਮੇਸ਼ਰ ਦੇ ਉੱਤੇ ਨੀਚਾ ਨਹੀਂ ਸੀ ਕੀਤੀ। ਅਤੇ ਬਾਈਬਲ ਦੇ ਵਿੱਚ ਲਿਖਿਆ ਹੈ, ਉਹ ਅਜੇ ਹੀ ਮੌਤ ਦੇ ਵਿੱਚ ਗਿਆ ਕਿ ਉਹ ਪਰਮੇਸ਼ਰ ਦੇ ਸਨਮੁਖ ਨਹੀਂ ਖਲੋ ਸਕਾ। ਉਹ ਉਸ ਜਗ੍ਹਾ ਦੇ ਉੱਤੇ ਗਿਆ ਜਿੱਥੇ ਮੌਤ ਹੈ ਸੀ, ਸਦੀ ਵੀ ਮੌਤ, ਅਤੇ ਉਸ ਦੇ ਵਿੱਚ ਪਰਮੇਸ਼ਰ ਅਤੇ ਉਸ ਦੇ ਵਿਚਕਾਰ ਇੱਕ ਬਹੁਤ ਸਾਰੀ ਖਾਈ ਪਈ ਹੋਈ ਸੀ, ਜਿੱਥੇ ਜਾਣਾ ਆਣਾ ਬਹੁਤ ਔਖਾ ਸੀ। ਪਰ ਉੱਥੇ ਪਰਮੇਸ਼ਰ ਨੇ ਸਾਫ਼ ਰੀਤੀ ਨਾਲ ਉਸ ਨੂੰ ਆਖਿਆ, ਤੈਨੂੰ ਬੱਚਾ ਯਾਦ ਕਰ, ਉਸ ਨੂੰ ਰਿਮੈਂਬਰ ਕਰਵਾਉਂਦਾ ਉਸ ਜਗ੍ਹਾ ਤੇ, ਤੈਨੂੰ ਸਭ ਕੁਝ ਦਿੱਤਾ ਗਿਆ ਸੀ, ਪਰ ਤੈਂ ਇਸ ਦੁਨੀਆ ਦੇ ਵਿੱਚ ਰਹਿ ਕੇ ਪਰਮੇਸ਼ਰ ਦੇ ਵਚਨ ਦੀ ਪਾਲਣਾ ਨਹੀਂ ਕੀਤੀ, ਤਾਂ ਆਪਣੇ ਜੀਵਨ ਨੂੰ ਇਸ ਸੰਸਾਰ ਦੇ ਨਾਲ ਐਸ਼ੋ ਆਰਾਮ ਔਰ ਰੰਗ ਰਲੀਆਂ ਦੇ ਨਾਲ ਬਤੀਤ ਕੀਤਾ ਹੈ। ਤੂੰ ਪਰਮੇਸ਼ਰ ਦੇ ਅੱਗੇ ਖਲੋਤੇ ਜਾਣ ਦੇ ਯੋਗ ਨਹੀਂ ਹੈ। ਲਾਜ਼ਰ ਚਾਹੇ ਕਿਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਸੀ, ਉਸਨੇ ਪਰਮੇਸ਼ਰ ਦੇ ਵਚਨ ਦੇ ਨਾਲ ਸਮਝੌਤਾ ਨਹੀਂ ਕੀਤਾ। ਉਹ ਪਰਮੇਸ਼ਰ ਦੇ ਨਾਲ ਖਲੋਤਾ ਅਤੇ ਪਰਮੇਸ਼ਰ ਦੀ ਗੋਦ ਵਿੱਚ, ਪਰਮੇਸ਼ਰ ਪੁੱਤਰ ਦੀ ਗੋਦ ਵਿੱਚ ਜਾ ਬੈਠਾ। ਇਹ ਹੈ, ਚਾਹੇ ਕਿਹੋ ਜਿਹੇ ਵੀ ਹਾਲਾਤ ਹੋਣ, ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਖਲੋਤੇ ਰਹੀਏ। ਬਹੁਤ ਸਾਰੀ ਗੈਦਰਿੰਗ, ਬਹੁਤ ਸਾਰੀਆਂ ਭੀੜਾਂ ਦੇ ਵਿੱਚ ਇੱਕੋ ਚੀਜ਼ ਨਜ਼ਰ ਆਉਂਦੀ ਹੈ ਕਿ ਪਰਮੇਸ਼ਰ ਦੇ ਵਚਨ ਦੇ ਨਾਲ ਖਲੋਣਾ ਉਹਨਾਂ ਦੇ ਵਿੱਚ ਨਹੀਂ ਹੁੰਦਾ। ਉਹਨਾਂ ਦੇ ਵਿੱਚ ਦੁਨੀਆਦਾਰੀ ਦੇ ਕੰਮ, ਪਰਮੇਸ਼ਰ ਦੇ ਵਚਨ ਦੇ ਪ੍ਰਤੀ ਗੰਭੀਰਤਾ ਨਹੀਂ ਹੈ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਉਹਨਾਂ ਦੇ ਵਿੱਚ ਅਜਿਹੇ ਕੰਮ ਹੈ ਨਹੀਂ। ਅੱਜ ਮੈਂ ਦੱਸਦਾ ਹਾਂ, ਅਸੈਂਬਲੀਜ਼ ਦੇ ਵਿੱਚ, ਕਲੀਸਿਆਵਾਂ ਦੇ ਵਿੱਚ, ਮੰਡਲੀਆਂ ਦੇ ਵਿੱਚ ਬਹੁਤ ਗਲਤ ਤਰੀਕੇ ਦੇ ਨਾਲ ਪਰਮੇਸ਼ਰ ਦੇ ਸਨਮੁਖ ਲੋਕ ਖਲੋਤੇ ਹੋਏ ਹਨ, ਜਿਨ੍ਹਾਂ ਤੋਂ ਪਰਮੇਸ਼ਰ ਨੂੰ ਕਹਿਣਾ ਤੇ ਸੂਝ ਆਉਂਦੀ ਹੈ। ਬਾਈਬਲ ਦੱਸਦੀ ਹੈ, ਇੱਕੋ ਪਤੀ ਦਾ ਪਤਨੀ ਹੋਣਾ ਚਾਹੀਦਾ। ਇੱਕੋ ਪਤੀ ਜਿਹੜਾ ਹੈ ਉਸ ਦੀ ਇੱਕੋ ਹੀ ਪਤਨੀ ਹੋਣੀ ਚਾਹੀਦੀ ਹੈ। ਬਾਈਬਲ ਦੱਸਦੀ ਹੈ ਕਿ ਉਹ ਡਾਈਵੋਰਸ ਤੋਂ ਕਹਿਣਾ ਕਰਦਾ ਹੈ। ਬਾਈਬਲ ਦੱਸਦੀ ਹੈ ਭਰੂਣ ਹੱਤਿਆ ਇੱਕ ਬਹੁਤ ਵੱਡਾ ਅਪਰਾਧ ਹੈ। ਬਾਈਬਲ ਦੱਸਦੀ ਹੈ ਜੇ ਅਸੀਂ ਉਸ ਦੇ ਵਚਨ ਦੀ ਉਲੰਘਣਾ ਕਰਦੇ ਹਾਂ, ਉਸ ਦੇ ਵਚਨ ਦੇ ਉੱਤੇ ਨਹੀਂ ਖਲੋਤੇ ਰਹਿੰਦੇ ਹਾਂ, ਤਾਂ ਪਰਮੇਸ਼ਰ ਨੂੰ ਉਹਨਾਂ ਤੇ ਨਫ਼ਰਤ ਆਉਂਦੀ ਹੈ। ਮੇਰੇ ਪਿਆਰੇ ਅਜ਼ੀਜ਼, ਕਲੀਸਿਆਵਾਂ ਦੇ ਵਿੱਚ ਜਾ ਕੇ ਅਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਖਲੋ ਸਕਦੇ ਹਾਂ? ਅਸੀਂ ਇਹ ਜਾਣਦੇ ਹਾਂ ਕਿ ਉਹਨਾਂ ਨੇ ਅਪਰਾਧ ਕੀਤੇ ਹੈ, ਫਿਰ ਵੀ ਅਸੀਂ ਉਹਨਾਂ ਨਾਲ ਖਲੋਤੇ ਹਾਂ।
ਤਾਂ ਕਿਸ ਤਰ੍ਹਾਂ ਪਰਮੇਸ਼ਰ ਸਾਨੂੰ ਆਪਣੀ ਬਾਦਸ਼ਾਹਤ ਦੇ ਵਿੱਚ ਉਹਨਾਂ ਨਾਲ ਸਵੀਕਾਰ ਕਰ ਲਵੇਗਾ। ਚਾਹੇ ਉੱਥੇ ਉਹ ਮੇਰਾ ਭਰਾ ਹੋਵੇ, ਚਾਹੇ ਉਹ ਮੇਰੀ ਭੈਣ ਹੋਵੇ, ਚਾਹੇ ਉਹ ਮੇਰਾ ਦੋਸਤ ਹੋਵੇ, ਚਾਹੇ ਉਹ ਮੇਰਾ ਮਿੱਤਰ ਹੋਵੇ, ਚਾਹੇ ਉਹ ਮੇਰਾ ਕੋਈ ਸੱਜਣ ਹੋਵੇ, ਚਾਹੇ ਉਹ ਕੋਈ ਬਹੁਤ ਵੱਡਾ ਮੰਤਰੀ ਜਾਂ ਕੋਈ ਬਹੁਤ ਵੱਡਾ ਅਫਸਰ ਹੋਵੇ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਮੇਰੀ ਨਜ਼ਰ ਦੇ ਵਿੱਚ ਇਹ ਸਭ ਅਪਰਾਧ ਘਿਰਣਿਤ ਹੈ ਅਤੇ ਉਹ ਮੇਰੇ ਸਾਹਮਣੇ ਖਲੋਣ ਦੇ ਯੋਗ ਨਹੀਂ ਹੈ। ਮੈਂ ਉਹਨਾਂ ਨੂੰ ਪਸੰਦ ਕੀ ਉਹਨਾਂ ਨੂੰ ਦੇਖਣਾ ਵੀ ਨਹੀਂ ਚਾਹੁੰਦਾ। ਜਦੋਂ ਅਸੀਂ ਜਾਣਦੇ ਹੋਏ ਵੀ ਇਹ ਅਪਰਾਧ ਕਰਦੇ, ਜਾਣਦੇ ਹੋਏ ਵੀ ਇਹ ਅਪਰਾਧ ਕਰਦੇ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਇੱਥੇ ਚੇਲਿਆਂ ਨੂੰ ਜਦੋਂ ਉਸਨੇ ਕਿਹਾ ਕਿ ਜੇ ਤੁਸੀਂ ਮੇਰੇ ਮਾਂਸ ਵਿੱਚੋਂ ਨਾ ਖਾਓ ਅਤੇ ਮੇਰੇ ਲਾਹੂ ਵਿੱਚੋਂ ਨਾ ਪੀਓ ਤਾਂ ਤੁਹਾਡੇ ਕੋਲ ਸਦੀਪਕ ਚੋਣ, ਤਾਂ ਤੁਸੀਂ ਮੇਰੇ ਨਾਲ ਨਹੀਂ ਖਲੋ ਸਕਦੇ। ਮਾਂਸ ਦੇ ਨਾਲ, ਉਸ ਭੋਜਨ ਦੇ ਨਾਲ ਮੈਨੂੰ ਜੀਵਨ ਮਿਲਦਾ ਹੈ, ਲਾਹੂ ਦੇ ਨਾਲ ਮੈਨੂੰ ਸ਼ਿਫਾ ਮਿਲਦੀ ਹੈ। ਕਿ ਉਹ ਮੇਰੇ ਵਿੱਚ ਹੈ? ਕਿ ਮੈਂ ਉਸ ਦੇ ਨਾਲ ਖਲੋਤਾ ਹਾਂ? ਕਿ ਮੈਂ ਉਸ ਦੇ ਨਾਲ ਵਚਨਬੱਧ ਹਾਂ? ਜਿਸ ਨੇ ਮੈਨੂੰ ਆਪਣਾ ਜੀਵਨ, ਆਪਣਾ ਸਰੀਰ ਮੇਰੇ ਜੀਵਨ ਨੂੰ ਬਚਾਏ ਜਾਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਤੋੜੇ ਜਾਣ ਦੇ ਲਈ ਦੇ ਦਿੱਤਾ ਅਤੇ ਆਪਣੇ ਸਰੀਰ ਦੇ ਵਿੱਚੋਂ ਕੀਮਤੀ ਲਹੂ ਬਹਾ ਕੇ ਮੇਰੇ ਪਾਪਾਂ ਤੋਂ ਮੈਨੂੰ ਸ਼ੁੱਧ ਕਰਨ ਦੇ ਲਈ ਦੇ ਦਿੱਤਾ। ਜੇ ਮੈਂ ਉਸ ਵਚਨ ਦੇ ਉੱਤੇ ਖਲੋਤਾ ਨਹੀਂ ਜਾਣਦੇ ਹੋਏ ਤਾਂ ਪਿਆਰੋ, ਬਾਈਬਲ ਬਾਣੀ, ਪਰਮੇਸ਼ਰ ਦੇ ਵਚਨ ਮੈਨੂੰ ਇਹ ਸਾਫ਼ ਰੀਤੀ ਨਾਲ ਆਖਦੇ ਆ, ਜਿਸ ਤਰ੍ਹਾਂ ਉਹਨੇ ਚੇਲਿਆਂ ਨੂੰ ਆਖਿਆ ਕਿ ਤੁਸੀਂ ਵੀ ਇਸ ਸੰਸਾਰ ਦੇ ਨਾਲ ਚਲੇ ਜਾਣਾ ਚਾਹੁੰਦੇ ਹੋ। ਜਾਂ ਪਤਰਸ ਦੀ ਤਰ੍ਹਾਂ ਮੇਰੇ ਕੋਲੇ ਜਵਾਬ ਹੈ, ਨਹੀਂ ਪ੍ਰਭੂ ਜੀ, ਨਹੀਂ ਪ੍ਰਭੂ ਜੀ, ਅਨੰਤ ਜੀਵਨ ਦੀਆਂ ਤਾਂ ਗੱਲਾਂ ਤੇਰੇ ਕੋਲ, ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ, ਕਿਉਂਕਿ ਉਹ ਅਨੰਤ ਜੀਵਨ ਦਾ ਕਰਤਾ ਹੈ, ਕਿਉਂਕਿ ਉਹ ਸਦਾ ਦੇ ਜੀਵਨ ਦੇਣ ਵਾਲਾ ਇੱਕ ਸੋਮਾ ਹੈ। ਕੀ ਅਸੀਂ ਉਸ ਸੋਮੇ ਦੇ ਕੋਲ ਹਾਂ, ਜਾਂ ਅਸੀਂ ਉਹ ਵਚਨ ਆਪਣੇ ਜੀਵਨ ਦੇ ਵਿੱਚ ਲੈਂਦੇ ਹਾਂ ਜਿਹੜੇ ਮੈਨੂੰ ਵਧੀਆ ਲੱਗਦੇ, ਉਹ ਵਚਨ ਆਪਣੇ ਜੀਵਨ 'ਚ ਨਹੀਂ ਲੈਂਦੇ ਜਿੱਥੇ ਪਰਮੇਸ਼ਰ ਮੈਨੂੰ ਸਿੱਧੇ ਤੌਰ 'ਤੇ ਚੇਤਾਵਨੀ ਦਿੰਦਾ ਹੋਇਆ ਨਜ਼ਰ ਆਉਂਦਾ ਹੈ, ਸਿੱਧੇ ਤੌਰ 'ਤੇ ਚੇਤਾਵਨੀ ਦਿੰਦੇ ਹੋਏ ਨਜ਼ਰ ਆਉਂਦਾ ਹੈ। ਪਤਰਸ ਦਾ ਉੱਤਰ ਧਿਆਨ ਦੇਣ ਯੋਗ ਹੈ। ਉਸਨੇ ਪ੍ਰਭਾਵ ਵਿੱਚ ਆਖਿਆ, ਪ੍ਰਭੂ ਅਸੀਂ ਤੈਨੂੰ ਕਿਵੇਂ ਛੱਡ ਸਕਦੇ ਹਾਂ? ਤੂੰ ਅਜਿਹੇ ਸਿਧਾਂਤ ਸਿਖਾਉਂਦਾ ਹੈ ਜਿਹੜੇ ਸਦੀਪਕ ਜਿਉਣ ਵੱਲ ਲੈ ਜਾਂਦੇ ਹਨ। ਇਹ ਬਾਈਬਲ ਬਾਣੀ ਮੈਨੂੰ ਅਜਿਹੇ ਸਿਧਾਂਤਾਂ ਦੇ ਵਿੱਚ ਲੈ ਕੇ ਜਾਂਦੀ ਹੈ ਜਿੱਥੇ ਪ੍ਰਭੂ ਆਪ ਵਿਰਾਜਮਾਨ ਹੈ, ਜਿੱਥੇ ਉਹ ਮੈਨੂੰ ਆਪਣੇ ਕੋਲ ਲੈ ਕੇ ਜਾਣ ਦੇ ਲਈ ਬੁਲਾਉਂਦਾ ਹੈ। ਪਤਰਸ ਦਾ ਇਹ ਜਵਾਬ ਬੜਾ ਧਿਆਨ ਦੇਣ ਦੇ ਯੋਗ ਸੀ। ਜੇਕਰ ਅਸੀਂ ਤੈਨੂੰ ਛੱਡ ਦਈਏ, ਇੱਥੇ ਕੋਈ ਹੋਰ ਨਹੀਂ ਜਿਸ ਦੇ ਕੋਲ ਅਸੀਂ ਜਾ ਸਕਦੇ ਹਾਂ ਜਿਹੜਾ ਸਾਨੂੰ ਸਦੀਪਕ ਜਿਉਣ ਦੀ ਤਸੱਲੀ ਦੇਵੇ। ਤੈਨੂੰ ਛੱਡ ਕੇ ਜਾਣਾ ਸਾਡੇ ਜੀਵਨ ਦੇ ਵਿੱਚ ਵਿਨਾਸ਼ ਅਤੇ ਨਾਸ਼ ਦਾ ਆਪਣੇ ਜੀਵਨ ਵਿੱਚ ਸੱਦਾ ਦੇਣਾ ਹੈ। ਪਤਰਸ ਦਾ ਅਲਫਾਜ਼, ਪਤਰਸ ਦਾ ਕਹਿਣਾ ਕਿ ਮੈਂ ਕਹਿ ਸਕਦਾ ਹਾਂ, ਪ੍ਰਭੂ ਮੈਂ ਤੇਰੇ ਇੱਕ ਵੀ ਵਚਨ ਨੂੰ ਜਿਹੜਾ ਮੈਨੂੰ ਇਸ ਬਾਈਬਲ ਬਾਣੀ ਦੇ ਵਿੱਚ ਦਿੱਤਾ ਹੈ ਮੈਂ ਨਹੀਂ ਤੋੜ ਸਕਦਾ। ਮੈਨੂੰ ਆਪ ਦੇ ਵਚਨ ਦੇ ਅਨੁਸਾਰ ਜੀਵਨ ਜਿਉਣ ਦੇ ਲਈ, ਜੀਵਨ ਬਤੀਤ ਕਰਨ ਦੇ ਲਈ ਮਦਦ ਕਰ। ਮੈਂ ਇਸ ਨੂੰ ਆਪਣੇ ਸਰੀਰ ਦੀਆਂ ਅਭਿਲਾਸ਼ਾਂ ਦੇ ਨਾਲ, ਕਾਮਨਾ ਦੇ ਨਾਲ, ਆਪਣੇ ਸਰੀਰ ਦੀਆਂ ਕਾਮਨਾਵਾਂ ਦੇ ਉਹਨਾਂ ਗੱਲਾਂ ਦੇ ਨਾਲ ਜਿਹੜੀਆਂ ਮੈਨੂੰ ਪਾਪ ਵਿੱਚ ਖਿੱਚਦੀਆਂ, ਮੈਂ ਨਹੀਂ ਜਾਣਾ ਚਾਹੁੰਦਾ। ਮੈਂ ਉਹਨਾਂ ਗੱਲਾਂ ਦੇ ਨਾਲ ਜਾਣਾ ਚਾਹੁੰਦਾ ਹਾਂ ਜੋ ਆਤਮਿਕ ਨੇ ਔਰ ਜਿਹੜੀਆਂ ਮੈਨੂੰ ਜੀਵਨ ਵੱਲ ਲੈ ਕੇ ਜਾਂਦੀਆਂ ਨੇ। ਕਿਉਂਕਿ ਉਹ ਕਹਿੰਦਾ ਸਰੀਰ ਤੋਂ ਕੁਛ ਲਾਭ ਨਹੀਂ, ਸਰੀਰ ਤੋਂ ਕੁਛ ਲਾਭ ਨਹੀਂ। ਪੌਲਸ ਰੋਮੀਆਂ ਦੀ ਪੁਸਤਕ 13 ਅਧਿਆਇ ਉਸ ਦੀ 14 ਆਇਤ ਦੇ ਵਿੱਚ ਕੁਛ ਇਸ ਤਰ੍ਹਾਂ ਕਹਿੰਦਾ ਹੈ, ਮੇਰੇ ਅਤੇ ਆਪ ਦੇ ਲਈ ਕਹਿੰਦਾ ਹੈ, ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ,
ਉਸ ਦੇ ਵਚਨ ਨੂੰ ਆਪਣੇ ਵਿੱਚ ਪੈ ਲਓ ਅਤੇ ਸਰੀਰ ਦੇ ਵਿਸ਼ਿਆਂ ਦੇ ਲਈ ਕੋਈ ਤਰੱਦਦ ਨਾ ਕਰੋ। ਅਸੀਂ ਜ਼ਿਆਦਾ ਸਮਾਂ ਇਸ ਸਰੀਰ ਨੂੰ ਸੰਜਾਣ ਦੇ ਲਈ, ਸਜਾਵਟ ਦੇ ਲਈ, ਤਰ੍ਹਾਂ ਤਰ੍ਹਾਂ ਦੇ ਕੰਮਾਂ ਦੇ ਲਈ ਬਤੀਤ ਕਰਦੇ ਹਾਂ। ਮੈਂ ਕਈਆਂ ਨੂੰ ਦੇਖਿਆ ਹੈ ਇੱਕ ਇੱਕ ਘੰਟਾ 2-2 ਘੰਟੇ ਇਸ ਸਰੀਰ ਦੇ ਲਈ, ਇਸ ਸਰੀਰ ਦੇ ਸੁੰਦਰਤਾ ਦੇ ਲਈ ਬਤੀਤ ਕਰਦੇ ਆ, ਪਰ ਉਹ ਵਚਨ ਦੇ ਲਈ ਇੰਨਾ ਸਮਾਂ ਬਤੀਤ ਨਹੀਂ ਕਰਦੇ। ਉਹ ਵਚਨ ਦੇ ਕੋਲ ਨਹੀਂ ਆਉਂਦੇ, ਉਹ ਵਚਨ ਦੇ ਨਾਲ ਨਹੀਂ ਖਲੋਤੇ। ਪਰਮੇਸ਼ਰ ਕਹਿੰਦਾ ਹੈ ਜੇ ਤੁਸੀਂ ਜਾਣਾ ਚਾਹਦੇ ਹੋ ਤਾਂ ਜਾਓ। ਪਤਰਸ ਨੇ ਇੱਕੋ ਗੱਲ ਐਕਸੈਪਟ ਕੀਤੀ ਹੈ ਜਿਹੜੀ ਆਤਮਾ ਦੇ ਨਾਲ। ਉਹਦਾ ਉੱਤਰ ਬੜਾ ਸੁੰਦਰ ਸੀ। ਉਸਨੇ ਕਿਹਾ, ਪ੍ਰਭੂ ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ? ਅਨੰਤ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹੈ। ਇਹ ਅਨੰਤ ਜੀਵਨ ਦੀਆਂ ਗੱਲਾਂ ਵਚਨ ਦੇ ਵਿੱਚ ਹੈ। ਜੇ ਇਸ ਨੂੰ ਅਸੀਂ ਸਵੀਕਾਰ ਕਰ ਲਈਏ ਮੇਰੇ ਭਾਈ ਅਤੇ ਭੈਣ, ਤਾਂ ਸਦਾ ਦਾ ਜੀਵਨ ਜਿਸ ਦਾ ਵਾਅਦਾ ਪ੍ਰਭੂ ਨੇ ਕੀਤਾ ਮੇਰੇ ਲਈ, ਆਪ ਦੇ ਲਈ, ਅਸੀਂ ਉਸ ਨੂੰ ਪ੍ਰਾਪਤ ਕਰ ਉਸ ਦੇ ਨਾਲ ਉਸ ਦੇ ਰਾਜ ਵਿੱਚ ਪਾਏ ਜਾ ਸਕਦੇ। ਪਰ ਸਾਨੂੰ ਇਸ ਵਚਨ ਦੇ ਨਾਲ ਖਲੋਣਾ ਪਏਗਾ, ਸਾਨੂੰ ਇਸ ਵਚਨ ਦੀ ਸੱਚਾਈ ਦੇ ਨਾਲ ਖਲੋਣਾ ਪਏਗਾ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਮੈਂ ਸਬਜੈਕਟ ਹੀ ਇਸ ਗੱਲ ਦੇ ਵਿੱਚ ਇਹ ਲਿਆ, ਚੇਲਿਆਂ ਦਾ ਯਸੂ ਦੇ ਸੱਤ ਦੇ ਵਚਨ ਦੇ ਵਿੱਚ ਖਲੋਣਾ। ਜੇ ਉਹ ਸੱਤ ਦੇ ਵਚਨ ਦੇ ਵਿੱਚ ਖਲੋਤੇ ਤਦ ਉਹ ਇਸ ਸਦੀਪਕ ਜਿਉਣ ਦੇ ਅਧਿਕਾਰੀ ਹੋਏ। ਜੇ ਤੁਸੀਂ ਅੱਜ ਇਸ ਸੱਤ ਦੇ ਵਚਨ ਨੂੰ ਸਵੀਕਾਰ ਕਰਦੇ ਹੋ, ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਮੇਰਾ ਪ੍ਰਭੂ, ਹੁਣ ਮੇਰਾ ਜੀਵਨ ਮੇਰਾ ਨਹੀਂ, ਹੁਣ ਮੇਰੇ ਪ੍ਰਭੂ ਦਾ ਹੈ। ਹੁਣ ਮੈਂ ਪ੍ਰਭੂ ਦੇ ਵਚਨ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਾਂਗਾ, ਕਿਉਂਕਿ ਉਸ ਦੇ ਵਿੱਚ ਆਨੰਦ ਹੈ, ਉਸ ਦੇ ਵਿੱਚ ਸ਼ਾਂਤੀ ਹੈ, ਉਸ ਦੇ ਵਿੱਚ ਪ੍ਰੇਮ ਹੈ, ਉਸ ਦੇ ਵਿੱਚ ਸੱਚਾਈ ਹੈ, ਉਸ ਦੇ ਵਿੱਚ ਪਵਿੱਤਰਤਾ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਵਰਗ ਦੀਆਂ ਹੈ ਉਸ ਦੇ ਵਚਨ ਵਿੱਚ ਹਨ, ਜਿਹੜੀਆਂ ਮੈਨੂੰ ਉਸ ਦੇ ਕੋਲ ਲੈ ਕੇ ਜਾਣ ਦੇ ਲਈ ਵਿਵਸ਼ ਕਰਦੀਆਂ ਨੇ ਅਤੇ ਮੈਨੂੰ ਉਸ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਰਾਜ ਦੇ ਲਈ ਮੈਨੂੰ ਸੱਦਦੀਆਂ ਨੇ। ਪਿਆਰੋ, ਕੀ ਅਸੀਂ ਉਹਦੇ ਕੋਲ ਜਾਣਾ ਚਾਹੁੰਦੇ ਹਾਂ? ਪਿਆਰੋ, ਕੀ ਅਸੀਂ ਉਸ ਸੱਚ ਦੇ ਵਚਨ ਦੇ ਨਾਲ ਖਲੋਣਾ ਚਾਹੁੰਦੇ ਹਾਂ, ਜਿਸ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਸਵਰਗ ਜਾਣ ਦੇ ਲਈ ਆਪਣੀ ਜਾਨ ਕਾਲਵਰੀ ਕਰੂਸ ਤੇ ਦਿੱਤੀ, ਔਰ ਜਿਸ ਦੇ ਲਈ ਪਤਰਸ ਨੇ ਕਿਹਾ, ਪ੍ਰਭੂ ਸਦੀਪਕ ਜਿਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹੈ, ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ? ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਖਲੋਣਾ ਚਾਹੁੰਦੇ ਹੋ, ਉਹ ਸਦੀਪਕ ਜਿਉਣ ਨੂੰ ਪਾਉਣਾ ਚਾਹੁੰਦੇ, ਅੱਜ ਹੀ ਉਸ ਨੂੰ ਸਵੀਕਾਰ ਕਰੋ, ਤਾਂ ਉਹ ਤੁਹਾਨੂੰ ਕਹੇਗਾ, ਅੱਜ ਹੀ ਤੂੰ ਮੇਰੇ ਨਾਲ ਸਵਰਗ ਜਾਵੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।